ਜ਼ਿਲ੍ਹਾ ਲੁਧਿਆਣਾ ਦੇ ਪਿੰਡ ਬੁਰਜ ਕਲਾਰਾ ਵਿਖੇ ਹਲਕਾ ਜਗਰਾਉਂ ਤੋਂ MLA ਬੀਬੀ ਸਰਬਜੀਤ ਕੌਰ ਮਾਣੂਕੇ ਜਿੱਤਣ ਤੋਂ ਬਾਅਦ ਵੋਟਰਾਂ ਤੇ ਸਪੋਰਟਰਾਂ ਦਾ ਧੰਨਵਾਦ ਕਰਨ ਲਈ ਪਹੁੰਚੇ, ਜਿੱਥੇ ਉਹਨਾਂ ਦਾ ਨਗਰ ਦੇ ਲੋਕਾਂ ਵੱਲੋਂ ਹਾਰ ਪਾ ਕੇ ਸਵਾਗਤ ਕੀਤਾ ਗਿਆ ਤੇ ਉਹਨਾਂ ਨੂੰ ਜੀ ਆਇਆਂ ਆਖਿਆ ਗਿਆ। ਕਮਿਸ਼ਨਰ ਵਾਹਿਗੁਰੂ ਪਾਲ ਸਿੰਘ ਬੁਰਜ ਕਲਾਰਾ ਨੇ MLA ਨੂੰ ਦਿੱਤਾ ਜਾਣ ਵਾਲਾ ਮੰਗ ਪੱਤਰ ਸਟੇਜ ਤੋਂ ਪੜ੍ਹ ਕੇ ਸੁਣਾਇਆ। ਸਮੁੱਚੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੀਬੀ ਸਰਬਜੀਤ ਕੌਰ ਮਾਣੂਕੇ MLA ਹਲਕਾ ਜਗਰਾਉਂ, ਜਿਨ੍ਹਾਂ ਨੂੰ ਆਪਣੇ ਹਲਕੇ ਦੇ ਦੂਸਰੀ ਵਾਰ MLA ਬਣਾਇਆ, ਬੀਬੀ ਸਰਬਜੀਤ ਕੌਰ ਜੀ ਨੂੰ ਜਿਉ ਆਇਆ ਕਹਿੰਦੇ ਆ ਤੇ ਧੰਨਵਾਦ ਕਰਦੇ ਆ ਵੀ ਉਹ ਆਪਣੇ ਜਿਹੜਾ ਦੌਰਾ ਦਾ ਧੰਨਵਾਦੀ ਦੌਰਾ ਉਹਨਾਂ ਨੇ ਜਿਹੜੀ ਸ਼ੁਰੂਆਤ ਆ ਉਹ ਆਪਣੇ ਨਗਰ ਤੋਂ ਕੀਤੀ ਆ। ਤੇ ਦੂਸਰੀ ਬੇਨਤੀ, ਆਪਾਂ ਜਿੰਨੇ ਵੀ ਨਗਰ ਵਾਸੀ ਬੈਠੇ ਆ, ਹੱਥ ਜੋੜ ਕੇ ਸਾਡੀ ਨੌਜਵਾਨ ਸਾਰੇ ਵੀਰਾਂ ਵੱਲੋਂ ਬੇਨਤੀ ਹੈ ਵੀ ਆਪਾਂ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਇੱਕ ਨਗਰ ਨੂੰ, ਇੱਕ ਪਿੰਡ ਨੂੰ ਜਿਹੜੇ ਆਪਣੇ ਕੰਮ ਅਧੂਰੇ ਪਏ ਨੇ, ਕਿਉਂਕਿ ਜਦੋਂ ਤੋਂ ਆਪਣੇ ਨਗਰ ਦੀ ਨੀਂਹ ਰੱਖੀ ਗਈ ਆ, ਜਿੱਦੇ ਤੋਂ ਸਕੂਲ ਆ 5ਵੀਂ ਤੱਕ ਆਪਣੇ ਬੱਚਿਆਂ ਨੂੰ ਬਹੁਤ ਦਿੱਕਤਾਂ ਆਉਂਦੀਆਂ ਨੇ, ਕਿਉਂਕਿ ਲਾਮਾ ਪਿੰਡਾਂ ਦੇ ਵਿੱਚ ਜਾਣਾ ਪੈਂਦਾ, ਹੰਪੂਰ, ਰਾਮਾ, ਦੀਵਾਨੇ, ਬਰਾਸਪੁਰ। ਸਾਡੀ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਆ, ਅਸੀਂ ਭੈਣ ਨੂੰ ਮੰਗ ਪੱਤਰ ਜਿਹੜਾ ਦੇਣਾ ਚਾਹੁੰਦੇ ਆ, ਉਹ ਸਾਡੀ ਪਹਿਲ ਦੇ ਆਧਾਰ ਤੇ ਹੱਲ ਕਰਨਗੇ। ਜਿਹੜਾ ਸਾਡਾ ਹੈਗਾ ਮੰਗ ਪੱਤਰ, ਉਹਦੇ ਵਿੱਚ ਜੋ ਸਾਡੀਆਂ ਮੰਗਾਂ ਨੇ ਉਹ ਮੈਂ ਭੈਣ ਨੂੰ ਪੜ੍ਹ ਕੇ ਸੁਣਾਉਣਾ। ਮੰਗ ਪੱਤਰ ਸਨਮਾਨਯੋਗ ਸਰਬਜੀਤ ਕੌਰ ਮਾਣੂਕੇ MLA ਹਲਕਾ ਜਗਰਾਉਂ ਤੋਂ ਜਾਣਾ, ਆਪ ਜੀ ਨੂੰ ਦੁਆਰਾ MLA ਬਣ ਕੇ ਸਾਡੇ ਪਿੰਡ ਬੁਰਜ ਕਲਾਰਾ ਵਿਖੇ ਆਉਣ ਤੇ ਸਾਰੇ ਨਗਰ ਵਾਸੀਆਂ ਵੱਲੋਂ ਜਿਉ ਆਇਆ ਕਿਹਾ ਜਾਂਦਾ ਹੈ ਤੇ ਧੰਨਵਾਦ ਕੀਤਾ ਜਾਂਦਾ ਹੈ। ਸਾਡੇ ਪਿੰਡ ਵਾਸੀਆਂ ਵੱਲੋਂ ਕੁਝ ਮੰਗਾਂ ਆਪ ਜੀ ਨੂੰ ਧਿਆਨ ਵਿੱਚ ਲਿਆਂਦਾ ਜਾਂਦਾ ਹੈ, ਜਿਵੇਂ ਕਿ ਪਿੰਡ ਬੁਰਜ ਕਲਾਰਾ ਵਿਖੇ ਪਿੰਡ ਬਣ ਸਮੇਂ ਤੋਂ ਲੈ ਕੇ ਅੱਜ ਤੱਕ ਪ੍ਰਾਇਮਰੀ ਸਕੂਲ ਚੱਲਿਆ ਆ ਰਿਹਾ ਹੈ। ਛੋਟੇ ਬੱਚਿਆਂ ਨੂੰ ਮਿਡਲ ਸਕੂਲ ਦੀ ਪੜ੍ਹਾਈ ਵਾਸਤੇ ਲਾਗਲੇ ਪਿੰਡਾਂ ਤਕਰੀਬਨ 3-4 ਕਿਲੋਮੀਟਰ 5 ਕਿਲੋਮੀਟਰ ਤੱਕ ਸਫ਼ਰ ਤੈਅ ਕਰਨਾ ਪੈਂਦਾ ਹੈ। ਸਾਡੀ ਨਗਰ ਨਿਵਾਸੀਆਂ ਦੀ ਮੰਗ ਹੈ, ਸਾਡੇ ਪਿੰਡ ਵਿੱਚ ਘੱਟ ਤੋਂ ਘੱਟ ਮਿਡਲ ਸਕੂਲ ਬਣਾਇਆ ਜਾਵੇ ਤੇ ਮੌਜੂਦਾ ਸਕੂਲ ਦੇ ਵਿੱਚ ਟੀਚਰਾਂ ਦੀ ਘਾਟ ਹੈ, ਉਹ ਟੀਚਰਾਂ ਦਾ ਪ੍ਰਬੰਧ ਕੀਤਾ ਜਾਵੇ। ਦੂਸਰੀ ਮੰਗ, ਸਾਡਾ ਜੋ ਛੱਪੜ ਹੈ ਲੱਖੂਆਣਾ ਪਾਣੀ ਨਾਲ ਭਰ ਗਿਆ ਹੈ, ਉਹਦੇ ਵਿੱਚ ਨਾਲਿਆਂ ਵਿੱਚ ਪਾਣੀ ਦੀ ਜ਼ਿਆਦਾ ਭਰਨ ਹੋਣ ਕਰਕੇ ਮੱਛਰ ਫੈਲ ਰਿਹਾ ਹੈ, ਬਿਮਾਰੀਆਂ ਫੈਲ ਰਹੀਆਂ ਹਨ। ਗੰਦੇ ਪਾਣੀ ਦੇ ਨਿਕਾਸ ਦਾ ਪ੍ਰਬੰਧ ਕੀਤਾ ਜਾਵੇ। ਅੰਦਰਲਾ ਛੱਪੜ ਜੋ ਗਾਰ ਨਾਲ ਭਰਿਆ ਪਿਆ ਹੈ, ਉਹਦੀ ਪਟਾਈ ਕਰਕੇ ਉਹਨੂੰ ਡੂੰਘਾ ਕੀਤਾ ਜਾਵੇ, ਉਸ ਸੰਬੰਧੀ ਮਹਿਕਮੇ ਨੂੰ ਹਦਾਇਤ ਕੀਤੀ ਜਾਵੇ। ਸਾਡੇ ਪਿੰਡ ਬੁਰਜ ਕਲਾਰਾ ਨਾਲ ਲੱਗਦੇ ਰਾਮਾ ਪਿੰਡ ਤਕਰੀਬਨ 3-4 ਕਿਲੋਮੀਟਰ ਅਨਾਜ ਮੰਡੀ ਹੈ। ਰਾਮਾ ਪਿੰਡ ਦਾ ਕੱਚਾ ਰਸਤਾ ਹੈ, ਸਾਰਾ ਹਰਦੂਰ ਲੰਘ ਕੇ ਸਾਨੂੰ ਤਕਰੀਬਨ ਅਨਾਜ ਮੰਡੀ 5-6 ਕਿਲੋਮੀਟਰ ਪੈਂਦੀ ਹੈ, ਉੱਥੇ ਜਾਣਾ ਪੈਂਦਾ ਹੈ। ਸਾਡੀ ਮੰਗ ਹੈ ਕਿ ਰਾਮੇ ਵਾਲੀ ਜਿਹੜਾ ਰਾਹ ਹੈ ਕੱਚਾ, ਉਹਨੂੰ ਪੱਕਾ ਕੀਤਾ ਜਾਵੇ ਤੇ ਸੜਕ ਬਣਾਈ ਜਾਵੇ। ਪਿੰਡ ਬੁਰਜ ਕਲਾਰਾ ਤੋਂ ਹਰਦੂਰ ਲੱਖਾ ਝੋੜਾ ਬੜੀ ਪ੍ਰਧਾਨ ਮੰਤਰੀ ਯੋਜਨਾ ਗ੍ਰਾਮ ਸੜਕ ਉਸਦੀ ਮੁਰੰਮਤ ਕਰਾਈ ਜਾਵੇ। ਤੁਸੀਂ ਆਉਣੇ ਹੋ ਭੈਣ ਜੀ, ਦੇਖੀ ਹੈ ਸੜਕ ਦੀ ਹਾਲਤ, ਬਹੁਤ ਮਾੜੀ ਹਾਲਤ ਹੈ ਸੜਕ ਦੀ। ਪਿੰਡ ਵਿੱਚ ਮੇਨ ਗਲੀ ਜਿਹੜੀ 5 ਵਾਰੀ ਗਲੀ ਤੋਂ ਲੈ ਕੇ ਗੁਰਦੁਆਰਾ ਸਿੰਘ ਦੇ ਘਰ ਤੱਕ ਜਾਂਦੀ ਹੈ, ਉਹਦਾ ਐਂਟਰਲੋਕ ਦਾ ਕੰਮ ਆਇਆ ਉਹ ਵਿੱਚ ਵਿਚਾਲੇ ਪਿਆ ਹੈ। ਗ੍ਰਾਂਟ ਦੀ ਲੋੜ ਹੈ, ਉਹਦੀ ਬਣਦੀ ਗ੍ਰਾਂਟ ਨਗਰ ਪੰਚਾਇਤ ਨੂੰ ਦਵਾਈ ਜਾਵੇ ਤਾਂ ਕਿ ਜਿਹੜਾ ਗਲੀ ਦਾ ਰਹਿੰਦਾ ਕੰਮ ਆ ਅਧੂਰਾ ਉਹ ਪੂਰਾ ਕੀਤਾ ਜਾ ਸਕੇ। ਜੋ ਕੁਝ ਸਮਾਂ ਪਹਿਲਾਂ ਸਾਡੇ ਪਿੰਡ ਦੇ ਵਿੱਚ ਇੱਕ ਡਿਸਪੈਂਸਰੀ ਚੱਲਦੀ ਸੀ, ਭੈਣ ਜੀ ਸਾਡੇ ਪਿੰਡ ਦੇ ਵਿੱਚ ਇੱਕ ਡਿਸਪੈਂਸਰੀ ਚੱਲਦੀ ਸੀ, ਉਹ ਬੰਦ ਹੋ ਗਈ। ਉਸਨੂੰ ਚਾਲੂ ਕਰਵਾਇਆ ਜਾਵੇ ਤਾਂ ਕਿ ਲੋੜਵੰਦ ਮਰੀਜ਼ ਡਿਸਪੈਂਸਰੀ ਤੋਂ ਸਹੂਲਤਾਂ ਲੈ ਸਕਣ। ਸਾਨੂੰ ਪੂਰਨ ਉਮੀਦ ਹੈ ਆਪ ਹਮਦਰਦੀ ਸਾਹਿਬ ਸਾਡੀਆਂ ਕੁਝ ਮੰਗਾਂ ਵੱਲ ਵਿਸ਼ੇਸ਼ ਧਿਆਨ ਦੇ ਕੇ ਸਾਰੇ ਮਸਲੇ ਹੱਲ ਕਰਵਾਉਣਗੇ। ਧੰਨਵਾਦ। ਹੁਣ ਮੈਂ ਬੇਨਤੀ ਕਰਦਾ ਇਸ ਹਲਕੇ ਦਾ ਮਾਣ, ਜਿਨ੍ਹਾਂ ਨੂੰ ਦੂਜੀ ਵਾਰੀ ਆਪਾਂ MLA ਚੁਣ ਕੇ ਵਿਧਾਨ ਸਭਾ ਵਿੱਚ ਭੇਜਿਆ,
ਉਹ ਆਪ ਜੀ ਦੇ ਨਾਲ ਅਗਲੀਆਂ ਵਿਚਾਰਾਂ ਸਾਂਝੀਆਂ ਕਰਨਗੇ ਤੇ ਜੋ ਆਪਾਂ ਮੰਗ ਪੱਤਰ ਰੱਖਿਆ ਉਹਦੇ ਤੇ ਗੌਰ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਸਤਿਕਾਰਯੋਗ ਪਿੰਡ ਬੁਰਜ ਕਲਾਰਾ ਦੇ ਸੂਝਵਾਨ ਸਾਥੀਓ, ਫਤਿਹ ਦੀ ਸਾਂਝਾ ਕਰਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਕਿ ਤੁਸੀਂ ਇੱਕ ਵਾਰ ਫੇਰ ਹੰਭਲਾ ਮਾਰ ਕੇ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚ ਜਿੱਥੇ-ਜਿੱਥੇ ਤੁਹਾਡੇ ਦੋਸਤ ਮਿੱਤਰ ਰਿਸ਼ਤੇਦਾਰ ਬੈਠੇ ਸੀ, ਸਾਰਿਆਂ ਨੂੰ ਪ੍ਰੇਰਿਤ ਕਰਕੇ ਕਿ ਇਸ ਵਾਰ ਆਪਾਂ ਜਿਹੜੀ ਸਰਕਾਰ ਬਣਾਉਣੀ ਆ ਉਹ ਆਪਣੇ ਬੱਚਿਆਂ ਦੇ ਭਵਿੱਖ ਦੀ ਬਣਾਉਣੀ, ਉਹ ਆਪਣੇ ਭਵਿੱਖ ਦੀ ਬਣਾਉਣੀ ਆ। ਤੁਸੀਂ ਉਸ ਚੀਜ਼ ਤੇ ਪਹਿਰਾ ਦਿੱਤਾ ਤੇ ਉਸ ਦੇ ਚੱਲਦਿਆਂ ਮੈਨੂੰ ਦੂਜੀ ਵਾਰ ਐਮਐਲਏ ਬਣਾ ਕੇ ਮਾਣ ਬਖਸ਼ਿਆ। ਤੁਸੀਂ ਮੇਰੀ ਉਸ ਸੋਚ ਨੂੰ, ਉਸ ਅਰਦਾਸ ਨੂੰ ਕਬੂਲ ਕੀਤਾ ਜਿਹਦੇ ਵਿੱਚ ਮੈਂ ਹਮੇਸ਼ਾ ਕਹਿੰਦੀ ਹੁੰਦੀ ਸੀ, ਹੇ ਸੱਚੇ ਪਾਤਸ਼ਾਹ ਮਿਹਰ ਕਰੀ ਕਿਤੇ ਕਿਸੇ ਤਰ੍ਹਾਂ ਦੇ ਲਾਲਚ ਲੋਭ ਦੇ ਵਿੱਚ ਆ ਕੇ ਮੇਰੇ ਤੋਂ ਕਿਸੇ ਦੇ ਧੀ ਪੁੱਤ ਨੂੰ ਗਲਤ ਚੀਜ਼ ਨਾ ਦਿੱਤੀ ਜਾਵੇ। ਤੁਸੀਂ ਨਾ ਆਪਾਂ ਇਸ ਚੀਜ਼ ਦੇ ਵਿੱਚ ਪਏ ਤੇ ਨਾ ਕਿਸੇ ਨੇ ਮੈਨੂੰ ਪੈਣ ਦਿੱਤਾ। ਮੈਂ ਇਸ ਚੀਜ਼ ਲਈ ਤੁਹਾਡੀ ਹਮੇਸ਼ਾ ਕਰਦਾ ਰਹਾਂਗੀ। ਦੂਸਰੀਆਂ ਪਾਰਟੀਆਂ ਜਦੋਂ ਕੋਈ ਆਟੋ ਇੱਧਰ ਨੂੰ ਲੈ ਕੇ ਨਿਕਲਦੀਆਂ ਸੀ ਜਾਂ ਹੱਥੇ ਤਰ੍ਹਾਂ ਸਮਾਨ ਫੜ ਕੇ ਨਿਕਲਦੀਆਂ ਸੀ, ਮੈਨੂੰ ਤੁਹਾਡਾ ਜਿਹੜਾ ਵਿਸ਼ਵਾਸ ਸੀ ਉਹ ਹੋਰ ਪੱਕਾ ਕਰ ਦਿੰਦਾ ਸੀ। ਇਸ ਕਰਕੇ ਪਰਮਾਤਮਾ ਤੋਂ ਡਰ ਕੇ ਕਹਿੰਦੀ ਆ ਕਿ ਜਿੰਨਾ ਸਾਥ ਤੁਸੀਂ ਦਿੱਤਾ ਇਹ ਮੈਂ ਤੁਹਾਡੀ ਹਮੇਸ਼ਾ ਕਰਦਾ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ। ਹੁਣ ਗੱਲ ਕਰਾਂਗੇ, ਤੁਸੀਂ ਮੈਨੂੰ ਅਕਸਰ ਇੱਕ ਗੱਲ ਕਿਹਾ, ਆ ਮੰਗ ਪੱਤਰ ਸਿਰ ਮੱਥੇ, ਪਰ ਤੁਸੀਂ ਮੈਨੂੰ ਇੱਕ ਗੱਲ ਜ਼ਰੂਰ ਕਹਿੰਦੇ ਹੁੰਦੇ ਸੀ, ਜਿਹੜੀ ਗੱਲ ਮੰਗ ਪੱਤਰ ਚ ਨਹੀਂ, ਬਈ ਭੈਣ ਜੀ ਆਪਾਂ ਕਿਸੇ ਨਾ ਕਿਸੇ ਤਰ੍ਹਾਂ ਕਰਕੇ ਚਿੱਟੇ ਦਾ ਝੂਠ ਮਾਰਦੇ ਹਾਂ। ਕਹਿੰਦੇ ਸੀ ਵੀ ਆਪਾਂ ਚਿੱਟਾ ਪਿੰਡਾਂ ਚੋਂ ਖਤਮ ਕਰਨਾ, ਜ਼ਹਿਰੀਲੀ ਸ਼ਰਾਬ ਖਤਮ ਕਰਨੀ ਆ, ਜਵਾਨੀ ਮਰਦੀ ਆਪਾਂ ਬਚਾਉਣੀ ਆ। ਜਿਹੜੇ ਚਲੇ ਗਏ ਉਹ ਤਾਂ ਨਹੀਂ ਬਚਾ ਸਕਦੇ, ਪਰ ਜਿਹੜੇ ਬਚ ਹੈਗੇ ਆ ਉਹ ਤਾਂ ਬਚਾਉਣਗੇ। ਅੱਜ ਮੈਂ ਇਸ ਮੰਚ ਤੋਂ ਤੁਹਾਡੇ ਸਾਰਿਆਂ ਦੇ ਉਸੇ ਹਿੰਮਤ ਤੇ ਸਹਿਯੋਗ ਦੇ ਨਾਲ ਇਹ ਐਲਾਨ ਕਰਦੀ ਹਾਂ ਕਿ ਜਿਹੜੇ ਲੋਕ ਚਿੱਟਾ ਵੇਚ ਕੇ ਆਪਣੇ ਪਰਿਵਾਰ ਦਾ ਢਿੱਡ ਭਰਦੇ ਆ, ਉਹ ਕੋਈ ਹੋਰ ਕੰਮ ਸ਼ੁਰੂ ਕਰ ਦੇਣ। ਤੇ ਮੈਂ ਉਹਨਾਂ ਬੱਚਿਆਂ ਨੂੰ ਬੇਨਤੀ ਕਰਦੀ ਹਾਂ ਕਿ ਪੁੱਤਰੋ, ਜੇ ਤੁਸੀਂ ਨਸ਼ਾ ਛੱਡਣਾ ਤਾਂ ਇਹ ਸਹੀ ਸਮਾਂ, ਅਸੀਂ ਸੈਂਟਰ 'ਚ ਭੇਜ ਕੇ ਤੁਹਾਨੂੰ ਨਸ਼ਾ ਵੀ ਛਡਵਾਣਾ। ਪਰ ਜੇ ਕੋਈ ਕਹੇ ਕਿ ਮੇਰਾ ਤਾਂ ਫਲਾਣੇ ਨਾਲ ਫਲਾਣਾ ਇਸ ਕਰਕੇ ਨਸ਼ਾ ਵੇਚਦਾ ਕਿਉਂਕਿ ਉਹ ਖਾਂਦਾ ਵੀ ਆ, ਇਹ ਕੋਈ ਬਹਾਨਾ ਨਹੀਂ। ਤੁਹਾਡੇ ਚਰਨਾਂ 'ਚ ਬੇਨਤੀ ਆ ਸਾਰਿਆਂ ਦੇ ਕਿ ਮੇਰੇ ਕੋਲੇ ਤੁਸੀਂ ਕਿਸੇ ਚਿੱਟੇ ਵਾਲੇ ਦੀ ਸਿਫਾਰਿਸ਼ ਲੈ ਕੇ ਨਹੀਂ ਆਉਣਾ। ਮੇਰੇ ਕੋਲੇ ਨਾ ਆਇਓ। ਜਿੱਦਾਂ ਤੁਹਾਨੂੰ ਪਤਾ ਲੱਗ ਗਿਆ ਬਈ ਤੁਹਾਡੀ ਐਮਐਲਏ ਕਿਸੇ ਤਰ੍ਹਾਂ ਦੇ ਗਲਤ ਕੰਮ 'ਚ ਪੈ ਗਈ, ਉੱਥੇ ਸਾਰੇ ਇਕੱਠੇ ਹੋ ਕੇ ਆ ਜਾਓ, ਕਿਉਂਕਿ ਆਪਾਂ ਕਿਸੇ ਦੇ ਧੀ ਪੁੱਤ ਦੀ ਜ਼ਿੰਦਗੀ ਦਾ ਸੌਦਾ ਨਹੀਂ ਕਰਨਾ। ਆਪਾਂ ਬੱਚਿਆਂ ਨੂੰ ਮੁੜ ਕੇ ਜ਼ਿੰਦਗੀ ਦੀ ਧਾਰਾ ਤੇ ਮੁੜ ਕੇ ਲੈ ਕੇ ਆਉਣਾ। ਆਪਾਂ ਜੇ ਕੋਈ ਕਹਿਣਾ ਵੀ ਆ, ਤੁਹਾਨੂੰ ਪਤਾ ਹੁਣ ਉੱਥੇ ਅਕਸਰ ਕੇ ਸੁਣਦੇ ਹੁੰਦੇ ਸੀ ਵੀ ਪੁਲਿਸ ਫੜਦੀ ਪਿੱਛੋਂ ਛੱਡ ਪੈਂਦਾ ਨਹੀਂ। ਜੇ ਕੋਈ ਇਹੋ ਜਿਹਾ ਕੇਸ ਤੁਹਾਡੀ ਨੌਲੇਜ 'ਚ ਆਵੇ ਵੀ, ਸਭ ਦੇ ਕੋਲੇ ਫੋਨ, ਸਭ ਦੇ ਕੋਲੇ ਮੇਰਾ ਨੰਬਰ ਹੈ, ਪਰਚੀ ਤੇ ਲਿਖ ਦਿਆ ਕਰੋ ਜਾਂ WhatsApp ਤੇ ਮੈਸੇਜ ਭੇਜ ਦਿਆ ਕਰੋ। ਮੈਸੇਜ ਭੇਜ ਕੇ ਮੈਸੇਜ ਡਿਲੀਟ ਵੀ ਕਰ ਦੇਣਾ, ਕਿਉਂਕਿ ਤੁਹਾਡੇ ਧੀਆਂ ਪੁੱਤਾਂ ਨੂੰ, ਤੁਹਾਡੇ ਸਕਿਆਂ ਨੂੰ ਵੀ ਨਾ ਪਤਾ ਲੱਗੇ ਤੁਸੀਂ ਕੀ ਕਰਨਾ। ਇਹ ਕੰਮ ਸਾਡਾ ਸਰਕਾਰਾਂ ਨਾਲ ਹੁੰਦਾ ਲੜਨਾ। ਮੈਂ ਤੁਹਾਡੇ ਤੋਂ ਠੀਕਰੀ ਪਹਿਲੇ ਨਹੀਂ ਲਵਾਉਣੀ, ਮੈਂ ਤੁਹਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਪਾਉਣੀ। ਇਹ ਕੰਮ ਮੇਰਾ, ਮੈਂ ਲੜਾਂਗੀ, ਮੈਂ ਆਪਣੀ ਪੁਲਿਸ ਨੂੰ ਖਿੱਚਾਂਗੀ, ਪਰ ਦੱਸਣਾ ਤੁਸੀਂ ਆ। ਮੇਰੇ ਅੱਖ ਨੱਕ ਕੰਨ ਤੁਸੀਂ ਬਣੀ, ਕਿਉਂਕਿ ਬੁਰਜ ਕਲਾਰੇ ਦੇ ਵਿੱਚ ਕੀ ਹੋ ਰਿਹਾ ਇਹ ਤਾਂ ਮੈਨੂੰ ਉਦੋਂ ਹੀ ਪਤਾ ਲੱਗਦਾ ਜਦੋਂ ਪਾਣੀ ਕਾਫੀ ਅੱਗੇ ਵੱਧ ਜਾਂਦਾ। ਜਲ ਦੇ ਵਿੱਚ ਜਦੋਂ ਤੇਲ ਪੈਣਾ ਸ਼ੁਰੂ ਹੋ ਜਾਏ
ਤੇ ਤੁਸੀਂ ਪਹਿਲਾਂ ਹੀ ਦੱਸ ਦਿਓ ਤੇ ਆਪਾਂ ਰੋਕ ਲਈਏ ਤਾਂ ਮੇਰੇ ਖਿਆਲ 'ਚ ਆਪਾਂ ਵਧੀਆ ਰਹਾਂਗੇ। ਦੂਜੀ ਗੱਲ ਹੋਰ, ਮੁੱਖ ਮੰਤਰੀ ਸਾਹਿਬ ਨੇ ਇੱਕ ਨੰਬਰ ਜਾਰੀ ਕੀਤਾ। ਉਹ ਨੰਬਰ ਦੇ ਵਿੱਚ ਇਹ ਕਿਹਾ ਵੀ ਜੇ ਤੁਹਾਨੂੰ ਕੋਈ ਸਰਕਾਰੀ ਦਰਬਾਰੇ ਤੰਗ ਕਰਦਾ, ਤੁਹਾਡੇ ਤੋਂ ਕੋਈ ਰਿਸ਼ਵਤ ਮੰਗਦਾ, ਤਾਂ ਤੁਸੀਂ ਸਾਨੂੰ ਇਨਫੋਰਮ ਕਰੋ, ਤੁਸੀਂ ਸਾਨੂੰ ਦੱਸੋ। ਪਰ ਦਫ਼ਤਰਾਂ 'ਚ ਬੈਠੇ ਸਰਕਾਰੀ ਅਧਿਕਾਰੀਆਂ ਨੇ ਆਪਣੇ ਵੱਲੋਂ ਹੀ ਸ਼ਾਹੀ ਫਰਮਾਨ ਜਾਰੀ ਕਰਤਾ ਬਈ ਦਫ਼ਤਰ 'ਚ ਫੋਨ ਲੈ ਕੇ ਆਉਣਾ ਮਨਾ। ਤੁਸੀਂ ਫੋਨ ਨੂੰ ਸਾਇਲੈਂਟ ਕਰ ਸਕਦੇ ਹੋ ਤਾਂ ਕਿ ਅੰਦਰ ਬੱਚੇ ਤਾਂ ਸਰਕਾਰੀ ਕੰਮਕਾਜ 'ਚ ਵਿਘਨ ਨਾ ਪਵੇ। ਬਾਹਰ ਖੜ ਕੇ ਸਾਇਲੈਂਟ ਕਰੋ। ਜੇ ਕੋਈ ਕਹਿਣਾ ਤੁਹਾਨੂੰ ਬਈ ਫੋਨ ਲੈ ਕੇ ਆਉਣਾ ਮਨਾ, ਤਾਂ ਤੁਸੀਂ ਦੱਸੋ ਵੀ ਸਾਡੇ ਮੁੱਖ ਮੰਤਰੀ ਨੇ ਕਿੱਥੇ ਕਿਹਾ ਵੀ ਮਨਾ। ਤੁਸੀਂ ਪੁੱਛੋ। ਜਦ ਤੱਕ ਨਾ ਹੀ ਕਹੋ ਬਈ ਮੈਂ ਇੱਥੇ ਖੜ ਕੇ ਉਸੇ ਨੰਬਰ ਤੇ 9501 200 200 ਨੰਬਰ 9501 200 200 ਇਹ ਨੰਬਰ, ਇਸ ਨੰਬਰ ਦੇ ਵਿੱਚ ਤੁਸੀਂ ਨਾਲ ਹੀ ਕਹਿ ਦਿਓ, ਸੌਖੀ ਤਰ੍ਹਾਂ ਯਾਦ ਕਰਾ ਲਈਏ ਬੀਬੀਆਂ ਨੂੰ 9501 200 220 220। ਉਹ ਅਫਸਰ ਨੂੰ ਉਸੇ ਟਾਈਮ ਕਹਿ ਦਿਓ ਵੀ ਅਸੀਂ ਇਸੇ ਤੇ ਫੋਨ ਕਰ ਦੇਣਾ ਵੀ ਸਾਡੇ ਨਾਲ ਧੱਕਾ ਹੋ ਰਿਹਾ। ਭੈਣੋਂ ਤੇ ਭਰਾਵੋ, ਰਿਸ਼ਵਤ ਕਿਤੋਂ ਉੱਪਰੋਂ ਨਹੀਂ ਚੱਲਦੀ। ਜਦੋਂ ਤੁਸੀਂ ਘਰ ਦੇ ਵਿੱਚੋਂ ਜੇਬ 'ਚ ਪੈਸੇ ਪਾ ਕੇ ਸਰਕਾਰੀ ਦਫ਼ਤਰ 'ਚ ਤੁਰਦੇ ਹੋ ਵੀ ਕਿਤੇ ਕੁਝ ਦੇਣਾ ਪੈ ਗਿਆ, ਤਾਂ ਰਿਸ਼ਵਤ ਤਾਂ ਤੁਹਾਡੇ ਨਾਲ ਘਰੋਂ ਚੱਲਦੀ। ਇੱਕ ਜਾਂ ਦੋ ਵਾਰੀ ਹਿੰਮਤ ਮਾਰਨੀ ਪਊਗੀ। ਸਮਾਜ ਨੂੰ ਬਦਲਣ ਨਿਕਲੇ ਆ, ਆਪ ਵੀ ਚੱਲਣੀ ਪਊਗੀ। ਪਰ ਮੈਂ ਬੈਠੀ ਆ, ਕਿਸੇ ਨਾਲ ਧੱਕਾ ਨਹੀਂ ਹੋਣ ਦਿੰਦੀ ਤੇ ਨਾ ਆਪਾਂ ਰਿਸ਼ਵਤ 'ਚ ਪੈਣਾ, ਨਾ ਆਪਾਂ ਕਿਸੇ ਦਾ ਪੁੱਤ ਚਿੱਟੇ ਤੇ ਲਾਉਣਾ। ਇਹ ਦੋ ਕੰਮ ਆਪਣੇ ਪਹਿਲੇ ਮਹੀਨੇ 'ਚ ਹੋਣੇ ਚਾਹੀਦੇ ਆ। ਤੇ ਹੁਣ ਜਿਹੜਾ ਤੀਸਰਾ ਕੰਮ ਤੁਸੀਂ ਮੈਨੂੰ ਕਿਹਾ, ਇਹਨੂੰ ਪੜ੍ਹੇ ਤੋਂ ਬਿਨਾਂ ਮੈਂ ਪਹਿਲਾਂ ਹੀ ਸਕੂਲ ਨੂੰ ਅਪਗ੍ਰੇਡ ਕਰਾਉਣ ਦਾ ਤੇ ਹੱਡਾ ਰੜੀ ਦਾ ਮਸਲਾ ਆਪਾਂ ਚੱਕਿਆ ਹੋਇਆ, ਉਹ ਤਾਂ ਹੁਣ ਅੱਗੇ ਹੀ ਵਧਾਉਣਾ ਆਪਾਂ ਕੰਮ ਕਰਾਂਗੇ। ਫਿਰ ਜ਼ਰੂਰ ਕਿਹਾ, ਮੈਨੂੰ ਕਿਸੇ ਨੇ ਅਜਬੀਰ ਨੇ ਵੀ ਦਿਖਾਇਆ ਵੀ ਸਾਡਾ ਸਾਰਾ ਛੱਪੜ ਭਰਿਆ ਪਿਆ, ਇਹਦੀ ਪਟਾਈ ਡੂੰਘੀ ਕਰਕੇ ਮਹਿਕਮੇ ਨੂੰ ਹਦਾਇਤ ਦਿੱਤੀ ਜਾਵੇ। ਮੈਂ ਅੱਜ ਵੀਡੀਓ ਸਾਹਿਬ ਨਾਲ ਮੀਟਿੰਗ ਬੈਠੀ ਹੈ, ਵੀਡੀਓ ਸਾਹਿਬ ਨੂੰ ਇਹਦੀ ਡਿਸਕਸ਼ਨ ਕਰਾਂਗੇ। ਬਾਕੀ ਸੜਕ ਦੀ ਮੁਰੰਮਤ ਤੁਹਾਡੀ ਉਸ ਦਿਨ ਐਕਸ਼ਨ PWD ਬੁਲਾਇਆ ਸੀ ਮੈਂ, ਉਹਨਾਂ ਨੇ ਕਿਹਾ ਵੀ ਇਹ ਪੈ ਕੇ ਹੁਣ ਤੁਹਾਡੀ ਰਿਪੇਅਰ ਸ਼ੁਰੂ ਹੋਏਗੀ। ਮੇਰੇ ਕੋਲ ਆਪ ਹੀ ਆ ਕੇ ਗਏ ਹੋ ਉਸ ਦਿਨ। ਜਿਹੜੀ ਗ੍ਰਾਮ ਪੰਚਾਇਤ ਵਿੱਚ ਇੰਟਰਲੌਕ ਟਾਈਲ ਦੀ ਗੱਲ ਹੈ, ਇਹ ਵੀ ਵੀਡੀਓ ਦੀ ਗੱਲ ਅੱਜ ਮੈਂ ਕਰਕੇ ਅਗਲੀ ਵਾਰੀ, ਅੱਜ ਤਾਂ ਤੁਹਾਡਾ ਸਿਰਫ ਤੇ ਸਿਰਫ ਧੰਨਵਾਦੀ ਦੌਰਾ, ਅੱਜ ਸਿਰਫ ਤੇ ਸਿਰਫ ਤੁਹਾਡਾ ਧੰਨਵਾਦੀ ਦੌਰਾ। ਇਸ ਧੰਨਵਾਦੀ ਦੌਰੇ ਤੁਹਾਡੇ ਮੰਗ ਪੱਤਰ ਮੈਂ ਲੈ ਜਾਣੀ। ਮਹੀਨੇ ਬਾਅਦ ਜਾਂ 15 ਦਿਨਾਂ ਬਾਅਦ ਜਦੋਂ ਵੀ ਦੌਰਾ ਰੱਖਿਆ ਜਾਏਗਾ, ਤੇ ਨਾਲ ਸਰਕਾਰੀ ਅਫਸਰ ਲਿਆਂਦੇ ਜਾਣਗੇ। ਫਿਰ ਸਰਕਾਰੀ ਅਫਸਰਾਂ ਨੂੰ ਕਿਹਾ ਜਾਏਗਾ 4-4 ਪਿੰਡਾਂ ਦਾ ਇੱਕ ਦੌਰਾ ਰੱਖਾਂਗੀ, ਉੱਥੇ ਬੈਠਾਂਗੀ। ਜਿਹੜਾ ਵੀ ਤੁਹਾਡਾ ਕੰਮ ਹੋਏਗਾ ਉਹ ਸਾਰੇ ਕੰਮਾਂ ਦਾ ਮੌਕੇ ਤੇ ਨਿਪਟਾਰਾ ਕਰਾਂਗੇ। ਪਰ ਆ ਜਿਹੜਾ ਮਹੀਨਾ ਸਰਕਾਰ ਨੂੰ ਬਣੇ ਨੂੰ ਅਜੇ ਥੋੜਾ ਸਮਾਂ ਹੋਇਆ, ਜਿਹੜਾ ਆਹ ਮਹੀਨਾ ਤੁਹਾਡਾ, ਇਹ ਆਪਾਂ ਚਿੱਟੇ ਦੇ ਵਿਰੁੱਧ, ਰਿਸ਼ਵਤ ਦੇ ਵਿਰੁੱਧ ਤੇ ਆਪਾਂ ਆਪਣੇ ਕੰਮਾਂ ਕਾਰਾਂ, ਜਿਹੜਾ ਸਾਡਾ ਹੱਕ ਦਾ ਕੋਈ ਪੈਸਾ ਰੁਕਿਆ ਹੋਇਆ ਕਿਤੇ, ਆਪਾਂ ਇਹਦਾ ਕੰਮ ਕਰਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਜਿਹੀਆਂ ਖਬਰਾਂ ਅਤੇ ਇੰਟਰਵਿਊ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਓ ਤੇ ਵੀਡੀਓ ਨੂੰ ਸ਼ੇਅਰ ਕਰੋ।